ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਗੁਰਬਾਣੀ ਕੀਰਤਨ ਬੜੇ ਪਿਆਰ ਨਾਲ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਐਤਵਾਰ ਵਾਲੇ ਦਿਨ ਆਪਾਂ ਗੁਰਬਾਣੀ ਸਿਰਲੇਖ ਸਮਝਣ ਦਾ ਯਤਨ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਕੁਝ ਗੁਰਬਾਣੀ ਸਿਰਲੇਖਾਂ ਦੀ ਵਿਚਾਰ ਸਾਂਝੀ ਕਰਾਂਗੇ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਰਾਜਾ ਸ਼ੁਧੋਧਨ ਦੇ ਘਰ ਮਾਇਆ ਦੇਵੀ ਦੇ ਉਦਰ ਤੋਂ ਕਪਿਲਵਸਤੂ ਨਗਰੀ ਦੇ ਲੁੰਬਿਨੀ ਬਾਗ ਵਿੱਚ 624 BC ਇੱਕ ਬਾਲਕ ਨੇ ਜਨਮ ਲਿਆ ਸੀ, ਜਿਸ ਦਾ ਨਾਮ ਤਕਰੀਬਨ ਸਾਰੀ ਦੁਨੀਆ ਦੇ ਲੋਕ ਜਾਣਦੇ ਹਨ। ਸਗੋਂ ਉਸ ਦਾ ਇੱਕ ਨਾਮ ਨਹੀਂ, ਉਹਦੇ 3 ਨਾਮ ਜਾਂ ਇਸ ਤੋਂ ਵੀ ਵੱਧ ਪ੍ਰਚਲਿਤ ਹਨ ਜਾਂ ਲੋਕਾਂ ਦੀ ਜ਼ੁਬਾਨ 'ਤੇ ਹਨ। ਜਦੋਂ ਉਸ ਦਾ ਜਨਮ ਹੋਇਆ ਤੇ ਉਹਦੇ ਪਰਿਵਾਰ ਨੇ, ਉਹਦੇ ਮਾਤਾ ਪਿਤਾ ਨੇ ਇੱਕ ਉਸ ਨੂੰ ਨਾਮ ਦਿੱਤਾ। ਉਹ ਨਾਮ ਸੀ ਸਿਧਾਰਥ, ਜਿਸ ਦਾ ਅਰਥ ਕਾਹਨ ਸਿੰਘ ਜੀ ਲਿਖਦੇ ਨੇ, ਜਿਹਦਾ ਮਤਲਬ ਸਿੱਧ ਹੋ ਗਿਆ ਹੋਵੇ। ਸਿਧਾਰਥ। ਅਸੀਂ ਜਿੰਨੇ ਵੀ ਗ੍ਰਸਤੀ ਲੋਕ ਹੁੰਦੇ ਹਾਂ, ਸਾਡਾ ਇੱਕੋ ਹੀ ਅਰਥ ਹੁੰਦਾ ਹੈ, ਮਤਲਬ ਹੁੰਦਾ ਹੈ ਕਿ ਸਾਡੇ ਘਰ ਬੱਚੇ ਹੋਣ, ਸਾਡਾ ਪਰਿਵਾਰ ਹੋਵੇ। ਇਸ ਨੂੰ ਅਸੀਂ ਆਪਣਾ ਜੀਵਨ ਦਾ ਮਕਸਦ ਸਮਝਦੇ ਹਾਂ। ਇਸੇ ਤਰ੍ਹਾਂ ਰਾਜਾ ਸ਼ੁਧੋਧਨ ਨੇ ਆਪਣੇ ਜੀਵਨ ਦਾ, ਆਪਣੇ ਜਨਮ ਦਾ ਮਕਸਦ ਪੂਰਿਆ ਹੋਣਾ ਮੰਨ ਲਿਆ ਜਦੋਂ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਸਿਧਾਰਥ ਉਹਦਾ ਨਾਂ ਰੱਖਿਆ ਗਿਆ। ਉਹਦੀ ਮਾਤਾ ਮਾਇਆ ਦੇਵੀ ਉਸ ਬਾਲਕ ਨੂੰ ਜਨਮ ਦੇਣ ਤੋਂ ਤਕਰੀਬਨ 7-8 ਦਿਨ ਬਾਅਦ ਉਹਦਾ ਦੇਹਾਂਤ ਹੋ ਗਿਆ। ਉਹਦੀ ਇੱਕ ਮਤਰੇਈ ਮਾਂ ਸੀ, ਜਿਹਦਾ ਨਾਂ ਗੌਤਮੀ ਸੀ। ਉਸ ਗੌਤਮੀ ਨੇ ਸਿਧਾਰਥ ਦੀ ਪਾਲਣਾ ਕੀਤੀ, ਉਸ ਨੂੰ ਸੰਭਾਲਿਆ, ਉਸ ਨੂੰ ਵੱਡਾ ਕੀਤਾ ਤੇ ਗੌਤਮੀ ਦੇ ਨਾਮ ਤੋਂ ਹੀ ਉਸ ਸਿਧਾਰਥ ਨੂੰ ਲੋਕ ਗੌਤਮ ਜਾਣਨ ਲੱਗ ਪਏ। ਫਿਰ ਉਹਦਾ ਇੱਕ ਤੀਸਰਾ ਨਾਮ ਹੋਇਆ ਮਹਾਤਮਾ ਬੁੱਧ। ਇਹ ਤੀਸਰਾ ਨਾਮ ਉਹਦਾ ਉਦੋਂ ਉਹਦੇ ਜੀਵਨ ਨਾਲ ਜੁੜਿਆ ਜਦੋਂ ਉਹ ਬੁੱਧਤਵ ਨੂੰ ਪ੍ਰਾਪਤ ਹੋਏ। ਬੁੱਧਤਵ ਦਾ ਮਤਲਬ ਹੁੰਦਾ ਹੈ ਮਨੁੱਖ ਦਾ ਜਾਗ ਪੈਣਾ, ਜਾਗਰਿਤ ਅਵਸਥਾ ਵਿੱਚ ਆ ਜਾਣਾ, ਜਾਂ ਇਸ ਤਰ੍ਹਾਂ ਆਖੀ ਉਸ ਨੂੰ ਆਪਣੇ ਆਪੇ ਦਾ ਬੋਧ ਹੋ ਜਾਣਾ, ਗਿਆਨ ਹੋ ਜਾਣਾ। ਵੈਸੇ ਆਪਣੇ ਸਾਰਿਆਂ ਦੇ ਮਨਾਂ ਵਿੱਚ ਇਹ ਵਿਚਾਰ ਤਾਂ ਜ਼ਰੂਰ ਆਏਗੀ ਕਿ ਗਿਆਨ ਤੇ ਸਾਨੂੰ ਆਪਣੇ ਆਪ ਦਾ ਸਾਰਿਆਂ ਨੂੰ ਹੀ ਹੈ। ਅਸੀਂ ਉੱਠਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ, ਕੰਮ ਧੰਦਾ ਕਰਦੇ ਹਾਂ,
ਇਹ ਆਪਣੇ ਨਾਮ ਨੇ, ਇਹ ਕੁਲ ਹੈ, ਇਹ ਜਾਤੀ ਹੈ, ਇਹ ਪਿੰਡ ਹੈ, ਇਹ ਪਦਵੀ ਹੈ। ਅਸੀਂ ਸਾਰੇ ਜਾਣਦੇ ਤੇ ਹਾਂ, ਅਸਲ ਵਿੱਚ ਇਹ ਸਾਰੀਆਂ ਚੀਜ਼ਾਂ ਅਸੀਂ ਨਹੀਂ ਹਾਂ। ਅਸੀਂ ਕੁਝ ਹੋਰ ਹਾਂ ਜਿਸ ਨੂੰ ਆਪਾਂ ਨਹੀਂ ਜਾਣਦੇ। ਜਿਸ ਦਿਨ ਆਪਾਂ ਉਸ ਆਪਣੇ ਆਪੇ ਨੂੰ ਜਾਣ ਲਿਆ, ਉਸ ਦਿਨ ਆਪਾਂ ਨੂੰ ਬੋਧ ਹੋ ਜਾਏਗਾ, ਉਸ ਦਿਨ ਆਪਣੇ ਆਪੇ ਦਾ ਗਿਆਨ ਹੋ ਜਾਏਗਾ ਤੇ ਆਪਾਂ ਵੀ ਬੁੱਧ ਬਣ ਜਾਵਾਂਗੇ। ਭਾਵ ਅਸੀਂ ਇਸ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਪਵਾਂਗੇ ਤੇ ਗਿਆਨ ਦੇ ਪ੍ਰਕਾਸ਼ ਵਿੱਚ ਫਿਰ ਜੀਵਨ ਜੀਵਾਂਗੇ, ਫਿਰ ਅਸੀਂ ਬੁੱਧ ਹੋਵਾਂਗੇ। ਇਹ ਮਹਾਤਮਾ ਬੁੱਧ ਬਣਨ ਤੋਂ ਪਹਿਲਾਂ ਇਹਦੀ 28 ਸਾਲਾਂ ਦੀ ਉਮਰ ਸੀ ਜਦੋਂ ਇਹਨੇ ਆਪਣੇ ਜੀਵਨ ਦੇ ਸਾਰੇ ਸੁੱਖ ਤਿਆਗ ਦਿੱਤੇ ਸਨ। ਪਰਿਵਾਰ ਛੱਡਿਆ, ਸਾਰੇ ਸੁੱਖ ਛੱਡੇ, ਐਸ਼ੋ ਆਰਾਮ ਛੱਡਿਆ ਤੇ ਜੰਗਲਾਂ ਨੂੰ ਨਿਕਲ ਗਿਆ, ਸੰਨਿਆਸ ਲੈ ਲਿਆ। ਨੰਗੇ ਪੈਰੀਂ ਇੱਕ ਛੋਟਾ ਮੋਟਾ ਕੱਪੜਾ ਗਲੇ ਪਾਇਆ ਹੋਇਆ ਤੇ ਜਿਹੜਾ ਸਦੀਵੀ ਸੁੱਖ ਹੈ ਉਸ ਨੂੰ ਲੱਭਣ ਲਈ ਤੁਰਿਆ ਕਿਉਂ? ਇਹਨੇ ਘਰ ਕਿਉਂ ਛੱਡਿਆ? ਇਹਨੂੰ 3 ਘਟਨਾਵਾਂ ਇਹਦੇ ਜੀਵਨ ਵਿੱਚ ਵੇਖਣ ਨੂੰ ਮਿਲੀਆਂ, ਜਿਨ੍ਹਾਂ ਘਟਨਾਵਾਂ ਨੇ ਇਸ ਨੂੰ ਉਹ ਸਾਰੇ ਦੁਨਿਆਵੀ ਸੁੱਖ ਛੱਡ ਕੇ ਆਤਮ ਸੁੱਖ ਲੱਭਣ ਵਾਸਤੇ ਪ੍ਰੇਰਿਤ ਕੀਤਾ। ਪਹਿਲੀ ਘਟਨਾ ਸੀ ਜਦੋਂ ਇਹ ਆਪਣੇ ਨਗਰ ਵਿੱਚ ਆਪਣੇ ਸਾਰਥੀ ਦੇ ਨਾਲ ਗਿਆ। ਇਸ ਨੇ ਇੱਕ ਬਜ਼ੁਰਗ ਆਦਮੀ ਨੂੰ ਵੇਖਿਆ ਜਿਹੜਾ ਖੂੰਡੀ ਦੇ ਸਹਾਰੇ ਡਗਮਗਾਉਂਦਾ ਹੋਇਆ ਤੁਰਿਆ ਜਾ ਰਿਹਾ ਸੀ। ਕਦੀ ਇਹਦਾ ਪੈਰ ਇੱਧਰ ਪੈਂਦਾ, ਕਦੀ ਉੱਧਰ ਪੈਂਦਾ। ਸਾਰਥੀ ਨੂੰ ਗੌਤਮ ਪੁੱਛਦਾ ਹੈ ਕਿ ਇਹ ਕੌਣ ਹੈ? ਉਹਨੇ ਆਖਿਆ ਇੱਕ ਬਜ਼ੁਰਗ, ਇੱਕ ਬੁੱਢਾ ਵਿਅਕਤੀ ਹੈ। ਮਹਾਤਮਾ ਨੇ ਪੁੱਛਿਆ ਇਹ ਬੁੱਢਾ ਕਿਉਂ ਹੋ ਗਿਆ? ਸਾਰਥੀ ਕਹਿੰਦਾ ਬੁੱਢਾ ਕਿਉਂ ਹੋ ਗਿਆ? ਇਹ ਤੇ ਸਭਨਾਂ ਨੇ ਹੋਣਾ, ਇਹ ਤੇ ਕੁਦਰਤ ਦਾ ਅਸੂਲ ਹੈ, ਇਹ ਹੋਣਾ ਹੀ ਹੈ। ਗੌਤਮ ਪੁੱਛਦਾ ਕਿ ਮੈਂ ਵੀ ਬੁੱਢਾ ਹੋਵਾਂਗਾ? ਉਹ ਕਹਿੰਦਾ ਬਿਲਕੁਲ ਤੂੰ ਵੀ ਹੋਏਗਾ। ਮੈਂ ਵੀ ਇਸੇ ਤਰ੍ਹਾਂ ਖੂੰਡੀ ਫੜ ਕੇ ਤੁਰਿਆ ਕਰਾਂਗਾ, ਬਿਲਕੁਲ ਇਸੇ ਤਰ੍ਹਾਂ ਹੀ ਚੱਲੇਗਾ। ਮਨ ਨੂੰ ਥੋੜੀ ਚੋਟ ਪਹੁੰਚੀ ਕਿ ਆਹ ਵੀ ਅਵਸਥਾ ਮੇਰੇ ਤੇ ਆਉਣੀ ਹੈ। ਇੱਕ ਦਿਨ ਸਾਰਥੀ ਨਾਲ ਜਾਂਦਾ ਪਿਆ, ਇੱਕ ਰੋਗੀ ਵੇਖਿਆ ਜਿਹੜਾ ਸੜਕ ਦੇ ਕਿਨਾਰੇ ਰਾਹ ਦੇ ਕੰਢੇ ਤੇ ਬੈਠਾ ਵਿਲਕਦਾ ਪਿਆ, ਬੜਾ ਦੁਖੀ ਹੈ, ਰੋ ਕੁਰਲਾ ਰਿਹਾ ਹੈ। ਗੌਤਮ ਨੇ ਸਾਰਥੀ ਨੂੰ ਪੁੱਛਿਆ ਇਹ ਕਿਉਂ ਰੋਂਦਾ ਹੈ? ਉਹਨੇ ਆਖਿਆ ਇਹਨੂੰ ਕੋਈ ਤਕਲੀਫ, ਇਹਨੂੰ ਕੋਈ ਰੋਗ ਲੱਗਾ ਹੈ ਤੇ ਦੁਖੀ ਹੁੰਦਾ ਰੋ ਰਿਹਾ ਹੈ। ਉਹਨੇ ਪੁੱਛਿਆ ਇਸ ਨੂੰ ਰੋਗ ਕਿਉਂ ਲੱਗ ਗਿਆ ਹੈ? ਸਾਰਥੀ ਕਹਿੰਦਾ ਇਹ ਵੀ ਕੁਦਰਤ ਦੇ ਅਸੂਲ ਨੇ, ਸਾਨੂੰ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਕੁਦਰਤ ਦਿੰਦੀ ਏ ਤੇ ਉਹ ਸਾਡੇ ਕੀਤੇ ਕਰਮਾਂ ਦੇ ਅਨੁਸਾਰ ਅਸੀਂ ਦੁੱਖ ਤੇ ਸੁੱਖ ਭੋਗਦੇ ਹਾਂ। ਗੌਤਮ ਪੁੱਛਦਾ ਇਹ ਦੁੱਖ ਮੈਨੂੰ ਵੀ ਆ ਸਕਦਾ ਹੈ? ਉਹਨੇ ਆਖਿਆ ਕਿਉਂ ਨਹੀਂ, ਇਹ ਕਿਸੇ ਨੂੰ ਵੀ ਆ ਸਕਦੇ ਨੇ, ਹਰ ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਮੁਤਾਬਿਕ। ਮਨ ਨੂੰ ਹੋਰ ਵੀ ਠੇਸ ਪਹੁੰਚੀ ਕਿ ਸੱਚੀ ਮੁੱਚੀ ਇਸ ਦੁਨੀਆ ਵਿੱਚ ਦੁੱਖ ਹੀ ਦੁੱਖ ਹਨ। ਤੀਸਰੀ ਇੱਕ ਘਟਨਾ ਵਾਪਰੀ ਜਿੱਦਣ ਉਸਨੇ ਇੱਕ ਅਰਥੀ ਨੂੰ ਜਾਂਦਿਆਂ ਹੋਇਆਂ ਵੇਖਿਆ। ਲੋਕਾਂ ਨੇ ਸੀੜੀ ਉੱਤੇ ਪਾ ਕੇ ਇੱਕ ਲਾਸ਼ ਰੱਖੀ ਹੋਈ ਏ, ਮੋਢਿਆਂ ਤੇ ਚੁੱਕ ਕੇ ਉਸ ਦਾ ਸੰਸਕਾਰ ਕਰਨ ਲਈ ਲਈ ਜਾਂਦੇ ਨੇ। ਗੌਤਮ ਪੁੱਛਦਾ ਹੈ ਆਪਣੇ ਸਾਰਥੀ ਨੂੰ ਇਹ ਕਿਹਨੂੰ ਚੁੱਕ ਕੇ ਲਈ ਜਾਂਦੇ ਨੇ? ਉਹਨੇ ਆਖਿਆ ਇੱਕ ਵਿਅਕਤੀ ਮਰ ਗਿਆ ਤੇ ਮਰੇ ਹੋਏ ਪ੍ਰਾਣੀ ਨੂੰ ਇਹ ਸਾੜਨ ਵਾਸਤੇ ਲਈ ਜਾਂਦੇ ਨੇ। ਗੌਤਮ ਨੇ ਪੁੱਛਿਆ ਕਿ ਇੱਕ ਦਿਨ ਮੈਂ ਵੀ ਮਰ ਜਾਵਾਂਗਾ? ਉਹਨੇ ਆਖਿਆ ਬਿਲਕੁਲ ਇਹ ਕੁਦਰਤ ਦਾ ਨਿਯਮ ਹੈ,
ਜੋ ਵੀ ਜੰਮਿਆ, ਜੋ ਪੈਦਾ ਹੋਇਆ, ਉਸਨੇ ਹਰ ਹਾਲਤ ਵਿੱਚ ਇੱਕ ਦਿਨ ਮਰ ਜਾਣਾ ਹੈ। ਕਿ ਮੈਨੂੰ ਵੀ ਇਸ ਤਰ੍ਹਾਂ ਹੀ ਲੋਕੀ ਚੁੱਕ ਕੇ ਲੈ ਜਾਣਗੇ ਸਾੜਨ ਲਈ? ਉਹਨੇ ਆਖਿਆ ਬਿਲਕੁਲ ਇਹੋ ਹੀ ਕੁਝ ਹੁੰਦਾ, ਸਭਨਾਂ ਨਾਲ ਹੁੰਦਾ, ਤੇਰੇ ਇਕੱਲੇ ਨਾਲ ਨਹੀਂ ਹੋਣਾ। ਇਹ 3 ਘਟਨਾਵਾਂ ਉਹਦੇ ਜੀਵਨ ਵਿੱਚ ਉਹਨੇ ਵੇਖੀਆਂ, ਵਾਪਰੀਆਂ ਉਹਦੇ ਸਾਹਮਣੇ। ਆਪਣਾ ਪਰਿਵਾਰ, ਆਪਣੀ ਘਰਵਾਲੀ, ਆਪਣਾ ਬੇਟਾ ਰਾਹੁਲ, ਸਭਨਾਂ ਨੂੰ ਛੱਡ ਕੇ ਰਾਤ ਦੇ ਹਨੇਰੇ ਵਿੱਚ ਉਹ ਘਰੋਂ ਨਿਕਲਿਆ ਸੀ। ਇਸ ਲਈ ਨਿਕਲਿਆ ਸੀ ਕਿ ਇਹ ਸੰਸਾਰ ਦੁੱਖਾਂ ਦਾ ਘਰ ਏ ਤੇ ਇਹਦੇ ਵਿੱਚ ਕੋਈ ਸੁੱਖ ਵੀ ਹੈ ਕਿ ਨਹੀਂ। ਜੇ ਕੋਈ ਸੁੱਖ ਹੈ, ਉਹ ਕਿੱਥੇ ਹੈ? ਮੈਂ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ। ਕਿਉਂਕਿ ਉਸਨੇ ਛੋਟੀ ਉਮਰ ਤੋਂ ਬਹੁਤ ਸਾਰੀ ਧਾਰਮਿਕ ਵਿੱਦਿਆ ਪੜ੍ਹੀ ਸੀ। ਉਸਨੇ ਜਵਾਨੀ ਉਮਰ ਵਿੱਚ ਸ਼ਸਤਰ ਵਿੱਦਿਆ ਵੀ ਸਿੱਖੀ, ਘੋੜ ਸਵਾਰੀ ਵੀ ਸਿੱਖੀ। ਉਹ ਕੋਈ ਜਨਮ ਤੋਂ ਇਹੋ ਜਿਹਾ ਸਾਧੂ ਨਹੀਂ ਸੀ ਜਿਹੋ ਜਿਹਾ ਸਾਨੂੰ ਤਸਵੀਰਾਂ 'ਚ ਵਿਖਾਇਆ ਜਾਂਦਾ। ਉਹਨੇ ਆਪਣੇ ਪਿਤਾ ਦੇ ਨਾਲ ਇੱਕ ਲੜਾਈ ਵੀ ਲੜੀ ਔਰ ਮੈਦਾਨੇ ਜੰਗ ਵਿੱਚ ਦੁਸ਼ਮਣ ਨੂੰ ਚੰਗੇ ਕਰਾਰੇ ਹੱਥ ਵੀ ਵਿਖਾਏ ਸਨ। ਘਰੋਂ ਨਿਕਲ ਤੁਰਿਆ। ਫਿਰ ਉਸਨੇ ਲਗਾਤਾਰ 8-10 ਸਾਲ ਵੱਖ-ਵੱਖ ਗੁਰੂਆਂ ਕੋਲ ਜਾ ਕੇ ਸਾਧਨਾਵਾਂ ਸਿੱਖੀਆਂ ਕਿ ਮੈਂ ਸੱਚਾ ਸੁੱਖ ਪ੍ਰਾਪਤ ਕਰਨਾ ਚਾਹੁੰਦਾ। ਇਹ ਜਿਹੜੇ ਸੰਸਾਰਿਕ ਦੁੱਖ ਨੇ, ਇਹਨਾਂ ਨੂੰ ਮੈਂ ਵੇਖ ਕੇ ਦੁਖੀ ਹੋ ਗਿਆ ਹਾਂ। ਮੈਨੂੰ ਆਤਮ ਸੁੱਖ ਚਾਹੀਦਾ ਹੈ। ਸਾਧੂ ਲੋਕ ਜਿੰਨਾ ਕਿ ਕਿਸੇ ਨੂੰ ਗਿਆਨ ਹੁੰਦਾ ਉਸ ਨੂੰ ਦੱਸਦੇ, ਉਹ ਉਸ ਸਾਧਨਾ ਨੂੰ ਕਰਦਾ। ਜਦੋਂ ਉਹਦੀ ਸਾਧਨਾ ਪੂਰੀ ਹੁੰਦੀ ਤੇ ਉਹ ਪੁੱਛਦਾ, ਇਸ ਤੋਂ ਅੱਗੇ ਮੈਂ ਕੀ ਕਰਾਂ? ਅਜੇ ਮੈਨੂੰ ਆਤਮ ਸੁੱਖ ਨਹੀਂ ਮਿਲਿਆ। ਤੇ ਉਹ ਗੁਰੂ ਆਖਦਾ, ਇਸ ਤੋਂ ਅੱਗੇ ਤਾਂ ਮੈਨੂੰ ਨਹੀਂ ਪਤਾ, ਤੂੰ ਹੋਰ ਕੋਈ ਗੁਰੂ ਲੱਭ। ਜਾਂ ਉਹ ਕਿਸੇ ਅਗਲੇ ਹੋਰ ਗੁਰੂ ਦੀ ਦੱਸ ਪਾਉਂਦਾ। ਇਸ ਤਰ੍ਹਾਂ ਇਹ ਮਹਾਤਮਾ ਬੁੱਧ 7-8 ਸਾਲ ਲਗਾਤਾਰ ਕਈ ਗੁਰੂਆਂ ਦੇ ਕੋਲੋਂ ਦੀ ਲੰਘਦਾ ਹੋਇਆ, ਸਾਧਨਾਵਾਂ ਸਿੱਖਦਾ ਹੋਇਆ, ਸਾਧਨਾ ਕਰਦਾ ਕਰਦਾ ਅਖੀਰ ਉਹ ਜਿੱਥੇ ਅੱਜ ਕੱਲ੍ਹ ਬੋਧ ਗਿਆ ਨਾਮ ਦਾ ਮੰਦਰ ਬਣਿਆ ਹੋਇਆ, ਗਿਆ ਦੇ ਲਾਗੇ, ਗਿਆ ਇੱਕ ਨਗਰੀ ਏ ਬਿਹਾਰ ਸਟੇਟ ਦੇ ਅੰਦਰ, ਉੱਥੇ ਇਸ ਨੂੰ ਬੋਧ ਹੋਇਆ ਸੀ। ਇਸ ਲਈ ਉਸ ਨੂੰ ਬੋਧ ਗਿਆ ਆਖਦੇ ਨੇ। ਉਸ ਨਗਰੀ ਦੇ ਲਾਗੇ ਪਹੁੰਚ ਗਿਆ ਸੀ। ਉੱਥੇ ਇੱਕ ਪਿੱਪਲ ਦੇ ਰੁੱਖ ਹੇਠਾਂ ਬੈਠਾ ਹੋਇਆ ਸੀ ਤੇ ਭਾਈ ਕਾਹਨ ਸਿੰਘ ਲਿਖਦੇ ਨੇ ਉੱਥੇ ਕਈ ਵਰ੍ਹੇ ਇਸ ਨੇ ਬਿਤਾਏ ਨੇ। ਸਮਾਧੀ ਅਵਸਥਾ ਵਿੱਚ ਧਿਆਨ ਵਿੱਚ ਬੈਠਣਾ ਤੇ ਆਪਣੇ ਸਦੀਵੀ ਸੁੱਖ ਦੀ ਭਾਲ ਕਰਨੀ। ਸਰੀਰ ਬੜਾ ਕਮਜ਼ੋਰ ਹੋ ਗਿਆ ਸੀ, ਉੱਠਣ ਜੋਗਾ ਬੈਠਣ ਜੋਗਾ ਵੀ ਨਾ ਰਿਹਾ। ਇੰਨਾ ਕਮਜ਼ੋਰ ਕਿ ਇੱਕ ਛੋਟੀ ਜੀ ਇੱਕ ਨਾਲਾ ਵਗਦਾ ਸੀ, ਉੱਥੋਂ ਉਸ ਨੂੰ ਪਾਰ ਕਰਨਾ ਚਾਹ ਰਿਹਾ ਸੀ। ਲੇਕਿਨ ਉਹ ਛੋਟੀ ਜੀ ਖਾਲੀ ਵੀ ਪਾਰ ਕਰਨ ਤੋਂ ਅਸਮਰਥ ਸੀ, ਇੰਨਾ ਕਮਜ਼ੋਰ ਹੋ ਚੁੱਕਾ ਸੀ। ਮਨ ਵਿੱਚ ਇੱਕ ਗੱਲ ਆ ਗਈ ਕਿ ਮੈਂ ਸੰਸਾਰ ਸਾਗਰ ਨੂੰ ਪਾਰ ਕਰਨਾ ਚਾਹੁੰਦਾ, ਮੈਂ ਆਤਮ ਸੁੱਖ ਤੇ ਸਦੀਵੀ ਸੁੱਖ ਲੱਭਣਾ ਚਾਹੁੰਦਾ, ਤੇ ਮੇਰੇ 'ਚ ਤੇ ਇੰਨੀ ਵੀ ਹਿੰਮਤ ਨਹੀਂ ਕਿ ਮੈਂ ਆ ਛੋਟੀ ਜੀ ਖਾਲੀ ਪਾਰ ਕਰ ਜਾਵਾਂ। ਉੱਥੋਂ ਉਹਨੇ ਆਪਣੇ ਸਰੀਰ ਨੂੰ ਸੰਭਾਲਣਾ ਸ਼ੁਰੂ ਕੀਤਾ ਕਿ ਇਸ ਸਰੀਰ ਨੂੰ ਸੰਭਾਲਣ ਤੋਂ ਬਿਨਾਂ, ਇਹਦੀ ਸੇਵਾ ਕਰਨ ਤੋਂ ਬਿਨਾਂ ਸੰਸਾਰ ਸਾਗਰ ਵੀ ਨਹੀਂ ਲੰਘਿਆ ਜਾਣਾ। ਇੱਕ ਸੁਜਾਤਾ ਨਾਂ ਦੀ ਔਰਤ ਉਸ ਪਿੱਪਲ ਹੇਠਾਂ ਉਹਨੇ ਕੋਈ ਸੁਖਣਾ ਸੁਖੀ ਹੋਈ ਸੀ, ਉਹ ਖੀਰ ਚੜਾਉਣ ਲਈ ਆਈ ਸੀ। ਉੱਥੇ ਮਹਾਤਮਾ ਨੂੰ ਬੈਠਿਆਂ ਵੇਖ ਕੇ ਉਹਨੇ ਉਹ ਖੀਰ ਉਹਨਾਂ ਨੂੰ ਅਰਪਣ ਕੀਤੀ ਤੇ ਉਸਨੇ ਖਾ ਲਈ। ਤੇ ਅੱਜ ਮਨ ਵਿੱਚ ਆਇਆ ਕਿ ਅੱਜ ਭੋਜਨ ਛਕ ਲਿਆ ਤੇ ਥੋੜਾ ਬੈਠ ਕੇ ਆਰਾਮ ਕਰੀਏ, ਸੌਂ ਲਈਏ। ਸੁੱਤਿਆਂ ਪਿਆਂ ਜਾਂ ਧਿਆਨ ਵਿੱਚ ਬੈਠਿਆਂ ਉਸ ਦਿਨ ਉਸ ਨੂੰ ਰੱਬੀ ਗਿਆਨ ਹਾਸਲ ਹੋਇਆ। ਉਸ ਦਿਨ
ਪੂਰਨਮਾਸ਼ੀ ਵਾਲਾ ਦਿਨ ਸੀ, ਜਿਹੜੀ ਪੂਰਨਿਮਾ 16 ਮਈ ਸੋਮਵਾਰ ਨੂੰ ਲੰਘੀ। ਇਸ ਨੂੰ ਬੋਧ ਪੂਰਨਿਮਾ ਵੀ ਕਿਹਾ ਜਾਂਦਾ ਹੈ। ਇਸ ਦਿਨ ਇਸ ਨੂੰ ਰੱਬੀ ਗਿਆਨ ਹਾਸਲ ਹੋਇਆ। ਇਸ ਨੇ ਆਪਣੇ ਜੀਵਨ ਵਿੱਚ ਅਤੀ ਸਾਧਨਾ ਤੇ ਗਫਲਤ ਦੀ ਨੀਂਦ ਦੋਵਾਂ ਨੂੰ ਤਿਆਗ ਦਿੱਤਾ। ਇਸ ਨੇ ਇੱਕ ਮੱਧਿਆ ਮਾਰਗ ਅਪਣਾਇਆ, ਵਿਚਕਾਰਲਾ ਰਸਤਾ। ਨਾ ਤੇ ਸਰੀਰ ਨੂੰ ਅਤ ਦੁੱਖ ਦੇਣਾ ਹੈ ਤੇ ਨਾ ਹੀ ਸਰੀਰ ਦੇ ਨਾਲ ਇਹਨੂੰ ਸੁਖੀ ਰੱਖਣਾ ਹੈ ਕਿ ਇਹ ਪਰਮਾਤਮਾ ਨੂੰ ਹੀ ਭੁੱਲ ਜਾਏ। ਐਸਾ ਨਹੀਂ ਹੋਣਾ ਚਾਹੀਦਾ। ਸਰੀਰ ਦੀ ਸੰਭਾਲ ਵੀ ਕਰਨੀ। ਗੁਰੂ ਮਹਾਰਾਜ ਨੇ ਲਿਖਿਆ ਬਾਣੀ ਵਿੱਚ, ਜਿਸ ਦੇਹੀ ਕੋ ਸਿਮਰਿਐ ਤਿਸ ਦੇਹੀ ਕੋ ਪਾਲ। ਜਿਸ ਦੇਹੀ ਨਾਲ, ਜਿਸ ਸਰੀਰ ਨਾਲ ਪਰਮੇਸ਼ਵਰ ਦਾ ਸਿਮਰਨ ਕੀਤਾ ਜਾ ਸਕਦਾ ਹੈ ਤੇ ਸਦੀਵੀ ਸੁਖ ਦੀ ਭਾਲ ਕੀਤੀ ਜਾ ਸਕਦੀ ਹੈ, ਉਸ ਸਰੀਰ ਦੀ ਸੇਵਾ ਸੰਭਾਲ ਕਰਨਾ ਵੀ ਬਹੁਤ ਹੀ ਜ਼ਰੂਰੀ ਕਰਮ ਹੈ। ਲੇਕਿਨ ਇਹ ਨਾ ਹੋਵੇ ਕਿ ਸਰੀਰਕ ਸੁੱਖਾਂ ਵਿੱਚ ਪੈ ਕੇ ਅਸੀਂ ਸਦੀਵੀ ਸੱਚ ਨੂੰ, ਸਦੀਵੀ ਸੁੱਖ ਨੂੰ ਅੱਖੋਂ ਪਰੋਖੇ ਕਰ ਦਈਏ। ਇਹ ਵੀ ਨਾ ਹੋਵੇ ਕਿ ਇੰਨੀ ਵੱਡੀ ਸਾਧਨਾ ਵਿੱਚ ਪੈ ਜਾਈਏ, ਸਰੀਰ ਦਾ ਧਿਆਨ ਨਾ ਰਵੇ ਤੇ ਸਰੀਰ ਇੰਨਾ ਕਮਜ਼ੋਰ ਹੋ ਜਾਏ ਕਿ ਕਿਸੇ ਸਾਧਨਾ ਦੇ ਕਰਨ ਦੇ ਕਾਬਲ ਹੀ ਨਾ ਰਵੇ। ਸੋ ਉਸ ਮਹਾਤਮਾ ਨੇ ਵਿਚਕਾਰਲਾ ਰਸਤਾ ਅਖਤਿਆਰ ਕਰ ਲਿਆ। ਉਸ ਨੇ ਆਪਣੇ ਸ਼ਿਸ਼ਯ ਜਿਹੜੇ ਸਨ, ਉਸ ਦੇ ਸਿੱਖ ਸਨ, ਉਹਨਾਂ ਨੂੰ ਉਹਨੇ 8 ਸਿਧਾਂਤ ਦ੍ਰਿੜ ਕਰਾਏ ਸੀ। ਲੇਕਿਨ ਉਸ ਨੇ 2 ਗੱਲਾਂ, 3 ਬਚਨ ਹੋਰ ਕੀਤੇ। ਉਸ ਨੇ ਆਖਿਆ ਦੁੱਖ ਹੈ, ਯਾਨੀ ਇਹ ਪੂਰੇ ਸੰਸਾਰ ਦੇ ਅੰਦਰ ਸੁੱਖ ਵੀ ਹੈ ਤੇ ਦੁੱਖ ਵੀ ਹੈ, ਲੇਕਿਨ ਸੁੱਖ ਇੰਨਾ ਥੱਲੇ ਛੁਪਿਆ ਹੋਇਆ ਕਿਤੇ ਕਿ ਉਹ ਲੱਭਦਾ ਨਹੀਂ। ਉਸ ਨੂੰ ਲੱਭਣ ਵਾਸਤੇ ਵੱਡੀ ਘਾਲਣਾ ਦੀ ਤੇ ਵੱਡੀ ਸਾਧਨਾ ਦੀ ਜ਼ਰੂਰਤ ਹੈ। ਉਸ ਸਾਧਨਾ ਤੋਂ ਬਿਨਾਂ ਸੰਸਾਰ ਵਿੱਚ ਕੇਵਲ ਦੁੱਖ ਹੀ ਦੁੱਖ ਹੈ। ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁੱਖਾਂ ਵਿੱਚ ਹੀ ਕਰਾ ਰਿਹਾ ਹੈ। ਕੋਈ ਬੁਢੇਪੇ ਦਾ ਦੁੱਖ ਲਈ ਬੈਠਾ ਹੈ, ਕੋਈ ਰੋਗ ਦਾ ਦੁੱਖ ਲਈ ਬੈਠਾ ਹੈ, ਕੋਈ ਸਮਾਜਿਕ ਦੁੱਖ ਲਈ ਬੈਠਾ ਹੈ, ਕੋਈ ਆਰਥਿਕ ਦੁੱਖ ਲਈ ਬੈਠਾ ਹੈ। ਸਭ ਦੁਖੀ ਹੀ ਦੁਖੀ ਮਿਲਣਗੇ। ਜਿਹੜੇ ਉੱਤੋਂ ਲੱਗਦਾ ਲੋਕ ਬੜੇ ਸੁਖੀ ਨੇ, ਪੁੱਛ ਕੇ ਵੇਖੋ ਦੁੱਖ ਕੀਆਂ ਪੰਡਾਂ ਖੁੱਲੀਆਂ। ਦੁੱਖਾਂ ਦੀਆਂ ਪੰਡਾਂ ਹੀ ਖੁੱਲ ਪੈਂਦੀਆਂ ਨੇ। ਮੈਨੂੰ ਆਹ ਵੀ ਦੁੱਖ ਏ, ਉਹ ਵੀ ਦੁੱਖ ਏ, ਬਸ ਦੁੱਖ ਹੀ ਦੁੱਖ ਹਨ। ਮਹਾਤਮਾ ਕਹਿੰਦੇ ਸੀ ਦੁੱਖ ਹੈ, ਤੇ ਦੁੱਖ ਐਵੇਂ ਹੀ ਨਹੀਂ, ਦੁੱਖ ਦਾ ਕਾਰਨ ਵੀ ਹੈ। ਕਾਰਨ ਕੀ ਏ? ਦੁੱਖ ਦਾ ਕਾਰਨ ਹੈ ਅਗਿਆਨਤਾ। ਦੁੱਖ ਦਾ ਕਾਰਨ ਹੈ ਅਗਿਆਨਤਾ ਵਿੱਚ ਕੀਤੇ ਹੋਏ ਮਾੜੇ ਕਰਮ। ਉਹ ਦੁੱਖ ਦਾ ਕਾਰਨ ਬਣਦੇ ਨੇ। ਇਸੇ ਲਈ ਸਾਨੂੰ ਗੁਰਬਾਣੀ ਬਾਰ-ਬਾਰ ਜਾਗਰਿਤ ਹੋਣ ਦੀ ਪ੍ਰੇਰਨਾ ਕਰਦੀ ਏ ਕਿ ਜ਼ਿੰਦਗੀ ਜਾਗ ਕੇ ਜੀਓ, ਸੁੱਤੇ ਹੋਏ ਨਾ ਜੀਓ। ਸੁੱਤੇ ਹੋਣ ਤੋਂ ਮਤਲਬ ਹੈ ਅਗਿਆਨਤਾ ਵਿੱਚ ਨਾ ਜੀਓ। ਜੇ ਤੁਸੀਂ ਅਗਿਆਨਤਾ ਵਿੱਚ ਜੀਓਗੇ ਤੇ ਸਾਡੇ ਕੋਲੋਂ ਜ਼ਰੂਰ ਕੋਈ ਨਾ ਕੋਈ ਮਾੜੇ ਕਰਮ ਹੋਣਗੇ। ਉਹਨਾਂ ਮਾੜੇ ਕਰਮਾਂ ਦੇ ਕਾਰਨ ਸਾਨੂੰ ਜ਼ਰੂਰ ਦੁੱਖ ਮਿਲੇਗਾ। ਦੁੱਖ ਹੈ, ਦੁੱਖ ਦਾ ਕਾਰਨ ਵੀ ਹੈ ਤੇ ਦੁੱਖ ਦੀ ਨਿਵਰਤੀ ਦਾ ਸਾਧਨ ਵੀ ਹੈ। ਸਾਧਨ ਕੀ ਏ? ਉਹ ਇੱਕ ਹੀ ਏ, ਉਹ ਬਹੁਤੇ ਨਹੀਂ ਹਨ। ਉਹ ਸਾਧਨ ਹੈ ਸਮਾਧੀ। ਜਿਹੜਾ ਸਮਾਧੀ ਸ਼ਬਦ ਹੈ ਸਮਾਧਾਨ ਤੋਂ ਬਣਿਆ ਹੋਇਆ ਹੈ। ਸਾਰਿਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਸਾਡੀਆਂ ਇਸ ਪੂਰੇ ਬ੍ਰਹਿਮੰਡ ਦੇ ਜੀਵਾਂ ਦੀਆਂ, ਮਨੁੱਖਤਾ ਦੀਆਂ, ਉਹ ਕੇਵਲ ਉਹਨਾਂ ਦਾ ਸਮਾਧਾਨ ਜਿਹੜਾ ਹੈ ਉਹ ਕੇਵਲ ਤੇ ਕੇਵਲ ਸਮਾਧੀ ਹੈ। ਤੇ ਸਮਾਧੀ ਸ਼ੁਰੂ ਹੋਣੀ ਹੈ ਧਿਆਨ ਤੋਂ। ਸੋ ਅੱਜ ਅਸੀਂ ਥੋੜ੍ਹੀ ਧਿਆਨ ਦੀ ਵੀ ਗੱਲ ਕਰਨੀ ਹੈ। ਸਹਿਸਕ੍ਰਿਤੀ ਸ਼ਲੋਕਾਂ ਵਿੱਚ ਜਦੋਂ ਆਪਾਂ ਪਹੁੰਚਾਂਗੇ, ਸੋ ਦੁੱਖ ਦੀ ਨਿਵਰਤੀ ਦਾ ਸਾਧਨ ਹੈ। ਇਹ ਨਹੀਂ ਕਿ ਸਾਨੂੰ ਦੁੱਖ ਲੱਗੇ ਨੇ ਤੇ ਨਿਵਰਤ ਨਹੀਂ ਹੋ ਸਕਦੇ। ਇਹ ਦੁੱਖ ਦੂਰ ਹੋ ਸਕਦੇ ਨੇ।
ਜੇਕਰ ਗੁਰੂ ਮਹਾਰਾਜ ਦੇ ਜਾਂ ਮਹਾਂਪੁਰਸ਼ਾਂ ਦੇ ਦੱਸੇ ਹੋਏ ਰਸਤੇ ਤੇ ਅਸੀਂ ਚੱਲਣ ਦਾ ਯਤਨ ਕਰੀਏ। ਸੋ ਆਓ ਥੋੜਾ ਅੱਗੇ ਵੇਖਦੇ ਹਾਂ ਗੁਰਬਾਣੀ ਦੇ ਇਸ ਟਾਈਟਲ ਵੱਲ। ਇਹ ਹੈ ਰਾਗ ਪ੍ਰਭਾਤੀ ਤੇ ਇਸ ਤੋਂ ਅੱਗੇ ਲਿਖਿਆ ਹੋਇਆ ਵਿਭਾਸ। ਅਸਲ ਵਿੱਚ ਇਹ ਦੋ ਰਾਗ ਨੇ, ਪ੍ਰਭਾਤੀ ਵੱਖਰਾ ਰਾਗ ਹੈ ਤੇ ਵਿਭਾਸ ਰਾਗ ਵੱਖਰਾ ਹੈ। ਲੇਕਿਨ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਪ੍ਰਭਾਤੀ ਦੇ ਵਿੱਚ ਵਿਭਾਸ ਨੂੰ ਮਿਲਾ ਕੇ ਗਾਉਣ ਦਾ ਆਦੇਸ਼ ਕੀਤਾ ਹੋਇਆ ਹੈ। ਇਹ ਜਿਹੜਾ ਰਾਗ ਪ੍ਰਭਾਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਦਾ ਜੋ ਨੰਬਰ ਹੈ ਉਹ 30ਵਾਂ ਹੈ। ਇਸ ਦੇ ਜਿਹੜਾ ਗਾਉਣ ਦਾ ਵਕਤ ਹੈ ਉਹ ਇਸ ਦੇ ਨਾਮ ਤੋਂ ਹੀ ਅਸੀਂ ਸਮਝ ਸਕਦੇ ਹਾਂ, ਪ੍ਰਭਾਤੀ, ਜਿਹਦਾ ਮਤਲਬ ਹੈ ਪ੍ਰਭਾਤ ਵੇਲੇ ਗਾਇਆ ਜਾਣ ਵਾਲਾ ਰਾਗ। ਸੋ ਵੈਸੇ ਅੱਜ ਕੱਲ੍ਹ ਅਸੀਂ ਜਿਹੜੇ ਕੀਰਤਨ ਕਰਨ ਵਾਲੇ ਲੋਕ ਨੇ ਉਹ ਇਹਨਾਂ ਚੀਜ਼ਾਂ ਵੱਲ ਬਹੁਤਾ ਧਿਆਨ ਤਾਂ ਨਹੀਂ ਦਿੰਦੇ, ਪਰ ਦੇਣਾ ਚਾਹੀਦਾ ਹੈ। ਸਿਆਣੇ ਕਹਿੰਦੇ ਨੇ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ। ਹਰ ਚੀਜ਼ ਦਾ ਕੋਈ ਵਕਤ ਹੁੰਦਾ ਹੈ। ਸਿਮਰਨ ਕਰਨ ਦਾ, ਸਵੇਰ ਦਾ ਅੰਮ੍ਰਿਤ ਵੇਲਾ ਸੰਭਾਲਣਾ ਇੱਕ ਵਕਤ ਹੈ, ਕਰਮ ਕਮਾਉਣ ਦਾ ਇੱਕ ਵਕਤ ਹੈ, ਸੌਣ ਦਾ ਇੱਕ ਸਮਾਂ ਹੈ, ਖਾਣ ਦਾ ਅਸੀਂ ਸਮਾਂ ਨਿਯਤ ਕੀਤਾ ਹੋਇਆ ਹੈ। ਇਸੇ ਤਰ੍ਹਾਂ ਸੰਸਾਰ ਵਿੱਚ ਜਿੰਨੇ ਵੀ ਕਰਮ ਹੋ ਰਹੇ ਨੇ, ਮਨੁੱਖ ਜਾਤੀ ਨੇ ਇੱਕ ਬੜੀ ਸਿਆਣਪ ਕੀਤੀ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਅਨੁਸ਼ਾਸਨਬੱਧ ਕੀਤਾ ਹੋਇਆ ਹੈ, ਕੋਈ ਨਿਯਮਬੱਧ ਕੀਤਾ ਹੋਇਆ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜਾਂ ਵਿਦਵਾਨ ਲੋਕਾਂ ਨੇ, ਜਿਹੜੇ ਰਾਗਾਂ ਦੇ ਮਾਹਿਰ ਲੋਕ ਹੋਏ ਨੇ, ਉਹਨਾਂ ਨੇ ਇਹਨਾਂ ਰਾਗਾਂ ਦੇ ਸਮੇਂ ਨੂੰ ਵੀ ਨਿਯਤ ਕੀਤਾ ਹੋਇਆ ਹੈ। ਜੇ ਠੀਕ ਸਮੇਂ ਠੀਕ ਰਾਗ ਗਾਵਿਆ ਜਾਏ ਤੇ ਉਹਦਾ ਪ੍ਰਭਾਵ ਆਪਣਾ ਵੱਖਰੀ ਕਿਸਮ ਦਾ ਸਾਡੇ ਮਨਾਂ ਉੱਤੇ ਪੈਂਦਾ ਹੈ। ਜੇ ਠੀਕ ਵਕਤ ਠੀਕ ਰਾਗ ਨਾ ਗਾਇਆ ਜਾਏ ਤੇ ਉਸ ਦਾ ਪ੍ਰਭਾਵ ਸਾਡੇ ਮਨਾਂ ਉੱਤੇ ਇੱਕ ਵੱਖਰੀ ਕਿਸਮ ਦਾ ਪੈਂਦਾ ਹੈ। 2-3 ਹਫ਼ਤੇ ਹੋਏ ਨੇ, ਮੈਨੂੰ ਆਪਣੀ ਸੰਗਤ ਵਿੱਚੋਂ ਕਿਸੇ ਸੱਜਣ ਨੇ ਟੈਕਸਟ ਕੀਤਾ ਸੀ ਤੇ ਉਹਨਾਂ ਨੇ ਇੱਥੇ ਇਸੇ ਸਟੇਜ ਤੇ ਗਾਇਆ ਗਿਆ ਇੱਕ ਗੀਤ, ਉਹਦਾ ਹਵਾਲਾ ਦਿੱਤਾ ਸੀ। ਗਾਇਆ ਤੇ ਸ਼ਬਦ ਹੀ ਸੀ ਗੁਰਬਾਣੀ ਦਾ, ਪਰ ਤਰਜ ਕਿਸੇ ਗੀਤ ਦੀ ਸੀ, ਫਿਲਮੀ ਗਾਣੇ ਦੀ। ਉਹਨਾਂ ਨੇ ਉਹ ਗਾਣਾ ਵੀ ਮੈਨੂੰ ਲਿਖ ਕੇ ਭੇਜਿਆ ਤੇ ਉਹ ਸ਼ਬਦ ਵੀ ਲਿਖ ਕੇ ਭੇਜਿਆ ਕਿ ਆਹ ਸ਼ਬਦ ਇਸ ਤਰਜ ਤੇ ਗਾਇਆ ਗਿਆ। ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਮੈਂ ਆ ਜਿਹੜਾ ਸਾਡਾ ਸਾਧਨ ਹੈ ਨਾ ਫੇਸਬੁੱਕ ਤੇ ਉਹਨਾਂ ਨੇ ਸੁਣਿਆ ਤੇ ਉਹ ਕਹਿ ਰਹੇ ਸਨ ਕਿ ਜਿੰਨਾ ਚਿਰ ਮੈਂ ਉਹ ਗੀਤ ਸੁਣਦਾ ਰਿਹਾ ਜਾਂ ਸੁਣਦੀ ਰਹੀ, ਓਨਾ ਚਿਰ ਮੇਰਾ ਉਸ ਸ਼ਬਦ ਵਿੱਚ ਬਿਲਕੁਲ ਮਨ ਨਹੀਂ ਲੱਗਾ। ਸੁਣ ਮੈਂ ਸ਼ਬਦ ਰਿਹਾ ਹਾਂ ਤੇ ਮੇਰੇ ਕੰਨਾਂ ਵਿੱਚ ਉਹ ਗੀਤ ਦੀ ਗੁੰਜਾਰ ਪੈ ਰਹੀ ਹੈ। ਸੋ ਇਹ ਧਿਆਨ ਰੱਖਣਾ ਚਾਹੀਦਾ ਜੀ ਸਾਨੂੰ ਸਭਨਾਂ ਨੂੰ, ਜਿੰਨੇ ਵੀ ਸਾਡੇ ਸਮਾਜ ਵਿੱਚ ਕੀਰਤਨ ਕਰਨ ਵਾਲੇ ਸੱਜਣ ਨੇ, ਭਾਵੇਂ ਕਈ ਗਾਣੇ ਵੀ ਜਿਹੜੇ ਨੇ ਉਹ ਰਾਗਾਂ ਵਿੱਚ ਗਾਏ ਗਏ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਕਿੰਨਾ ਚੰਗਾ ਹੋਵੇ ਕਿ ਅਸੀਂ ਗੁਰਬਾਣੀ ਉਸੇ ਹੀ ਰਾਗ ਵਿੱਚ ਗਾਈਏ ਜਿਸ ਰਾਗ ਵਿੱਚ ਲਿਖੀ ਗਈ ਏ, ਤੇ ਉਸ ਵਕਤ ਤੇ ਗਾਈਏ ਜਿਹੜਾ ਉਸ ਰਾਗ ਦਾ ਸਮਾਂ ਹੈ। ਬਹੁਤ ਜ਼ਿਆਦਾ ਚੰਗਾ ਹੋਵੇ, ਸਾਡੇ ਮਨਾਂ ਨੂੰ ਹੋਰ ਸ਼ਾਂਤੀ ਮਿਲੇਗੀ, ਸਾਡਾ ਮਨ ਹੋਰ ਗੁਰਬਾਣੀ ਨਾਲ ਤੇ ਇਸ ਕੀਰਤਨ ਦੇ ਨਾਲ ਵਧੇਰੇ ਜੁੜੇਗਾ। ਤੇ ਸ਼ਬਦ ਨਾਲ ਜੁੜਿਆ ਹੋਇਆ ਮਨ, ਸਾਨੂੰ ਗੁਰੂ ਜੀ ਆਖਦੇ ਨੇ ਤੁਸੀਂ ਰੱਬ ਨਾਲ ਜੁੜੇ ਹੁੰਦੇ ਹੋ ਜਦੋਂ ਸ਼ਬਦ ਨਾਲ ਜੁੜੇ ਹੁੰਦੇ ਹੋ। ਤੇ ਜੇ ਸ਼ਬਦ ਗਾਵਿਆ ਜਾ ਰਿਹਾ ਤੇ ਕੋਈ ਮਨੁੱਖ ਗੀਤ ਨਾਲ ਜੁੜਿਆ ਹੋਇਆ ਤੇ ਕਿਵੇਂ ਆਖਾਂਗੇ ਕਿ ਉਹ ਰੱਬ ਨਾਲ ਜੁੜਿਆ ਹੋਇਆ ਸੀ? ਉਹ ਤੋੜਨ ਵਾਲਾ ਫਿਰ ਕੌਣ ਹੋਇਆ? ਇਹ ਗੱਲਾਂ ਸਮਝਣ ਵਾਲੀਆਂ ਨੇ ਜੀ, ਸਾਨੂੰ ਸਭਨਾਂ ਨੂੰ ਚਾਹੀਦਾ ਹੈ ਇਹਦੇ ਵੱਲ ਅਸੀਂ ਜ਼ਰੂਰ ਧਿਆਨ ਦਈਏ। ਇਸ ਰਾਗ ਪ੍ਰਭਾਤੀ ਦੇ ਅੰਦਰ ਪਹਿਲਾ ਬਚਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ,
ਉਹਦੀਆਂ ਰਹਾਉ ਵਾਲੀਆਂ ਇਹ 2 ਪੰਕਤੀਆਂ ਤੁਹਾਡੇ ਸਾਹਮਣੇ ਹਨ, ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਦੇ ਨੇ, ਅਵਰ ਸਿਆਣਪ ਸਗਲੀ ਪਾਜ। ਪਾਜ ਦਾ ਮਤਲਬ ਹੁੰਦਾ ਹੈ ਲੋਕ ਵਿਖਾਵਾ। ਜਿੰਨੀਆਂ ਸਿਆਣਪਾਂ ਨੇ ਸਾਡੇ ਕੋਲ, ਜਿੰਨੀਆਂ ਚਤੁਰਾਈਆਂ ਤੇ ਚਲਾਕੀਆਂ ਨੇ ਸਾਡੇ ਕੋਲ, ਜਿਨ੍ਹਾਂ ਦੇ ਬਲ ਬੋਤੇ ਤੇ ਅਸੀਂ ਵੱਡੇ ਬਣ ਕੇ ਲੋਕਾਂ ਨੂੰ ਵਿਖਾਉਂਦੇ ਆ, ਇਹ ਸਾਰਾ ਲੋਕ ਵਿਖਾਵਾ ਗੁਰੂ ਜੀ ਦੇ ਮੁਤਾਬਕ ਹੈ। ਤੇ ਗੁਰੂ ਮਹਾਰਾਜ ਆਖਦੇ ਨੇ, ਜਿੰਨੀਆਂ ਵੀ ਚਤੁਰਾਈਆਂ ਚਲਾਕੀਆਂ ਨੇ ਸਾਡੇ ਮਨਾਂ ਵਿੱਚ, ਉਹਨਾਂ ਦਾ ਸਾਨੂੰ ਤਿਆਗ ਕਰ ਦੇਣਾ ਚਾਹੀਦਾ ਹੈ। ਆਪਾਂ ਨੂੰ ਤੇ ਜਪਜੀ ਦੇ ਸ਼ੁਰੂ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਬਚਨ ਸਮਝਾ ਦਿੱਤਾ ਸੀ, ਪਰ ਅਸੀਂ ਸਮਝਦੇ ਨਹੀਂ ਹਾਂ। ਸਹਿਸ ਸਿਆਣਪਾਂ ਲੱਖ ਹੋ ਹੈ, ਤਾਂ ਇੱਕ ਨਾ ਚੱਲੇ ਨਾਲ। ਪਰਮਾਤਮਾ ਦੇ ਘਰ ਉਹ ਸਿਆਣਪਾਂ, ਉਹ ਚਤੁਰਾਈਆਂ, ਉਹ ਚਲਾਕੀਆਂ ਜਿਹੜੀਆਂ ਅਸੀਂ ਆਪਣੇ ਜੀਵਨ ਵਿੱਚ ਮਨੁੱਖਤਾ ਨਾਲ ਕਰਦੇ ਹਾਂ, ਰੱਬ ਦੇ ਘਰ ਉਹ ਨਹੀਂ ਚੱਲਣ ਵਾਲੀਆਂ। ਉੱਥੇ ਕੋਈ ਚਤੁਰਾਈ ਤੇ ਕੋਈ ਚਲਾਕੀ ਨਹੀਂ ਚੱਲਣੀ। ਉੱਥੇ ਤੇ ਸਾਡੇ ਕੀਤੇ ਹੋਏ ਕਰਮਾਂ ਦੇ ਆਧਾਰ ਤੇ ਨਿਬੇੜਾ ਹੋਣਾ ਕਿ ਤੂੰ ਕਰਮ ਕੀ ਕਮਾਏ ਨੇ, ਉਹ ਪੁੱਛਿਆ ਜਾਣਾ। ਫਿਰ ਗੁਰੂ ਜੀ ਨੇ ਲਿਖਿਆ, ਜੈ ਬਖਸ਼ੇ ਤੈ ਪੂਰਾ ਕਾਜ। ਇੱਥੇ ਜੈ ਦਾ ਮਤਲਬ ਹੈ ਜਿਸ ਨੂੰ ਬਖਸ਼ ਦੇਵੇ, ਤੈ ਮਤਲਬ ਤਿਸ ਦਾ ਕਾਜ ਮੈਨੇ ਕੰਮ ਪੂਰਾ ਹੋ ਜਾਂਦਾ ਹੈ। ਜਿਸ ਨੂੰ ਪਰਮੇਸ਼ਵਰ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ ਦੇਵੇ, ਤੇ ਉਸ ਇਨਸਾਨ ਦਾ ਜਿਹੜਾ ਜ਼ਿੰਦਗੀ ਵਾਲਾ ਕਾਰਜ ਹੈ ਉਹ ਪੂਰਾ ਹੋ ਜਾਂਦਾ ਹੈ। ਸੋ ਸਾਡੇ ਜੀਵਨ ਦਾ ਇੱਕੋ ਇੱਕ ਕਾਰਜ ਹੈ, ਬਹੁਤੇ ਨਹੀਂ ਹਨ। ਇਹ ਜਿੰਨੇ ਕਾਰਜ ਅਸੀਂ ਆਪਣੇ ਜੀਵਨ ਵਿੱਚ ਕਰ ਰਹੇ ਹਾਂ, ਇਹ ਸਾਡੇ ਜੀਵਨ ਨਿਰਬਾਹ ਵਾਸਤੇ ਹਨ। ਇਹ ਸਾਡੀ ਜ਼ਿੰਦਗੀ ਦੇ ਕਾਰਜ ਨਹੀਂ ਹਨ। ਇਹ ਜ਼ਿੰਦਗੀ ਨਿਰਬਾਹ ਵਾਸਤੇ ਹਨ, ਉਪਜੀਵਕਾ ਕਮਾਉਣ ਵਾਸਤੇ ਹਨ। ਕਿਉਂਕਿ ਸਾਨੂੰ ਪਰਮੇਸ਼ਵਰ ਨੇ, ਕੁਦਰਤ ਨੇ ਭੇਟ ਲਗਾਇਆ ਹੈ। ਤੇ ਬਾਣੀ ਵਿੱਚ ਇਹ ਬਚਨ ਲਿਖੇ ਨੇ, ਜਿਸ ਉਦਰ ਤਿਸ ਮਾਇਆ। ਜਿਸ ਕਿਸੇ ਨੂੰ ਭੇਟ ਲੱਗਾ ਹੈ ਉਸ ਨੂੰ ਮਾਇਆ ਦੀ ਜ਼ਰੂਰਤ ਹੈ। ਮਾਇਆ ਅਸੀਂ ਉਪਜੀਵਕਾ ਲਈ ਕਮਾਉਣੀ ਹੈ, ਤੇ ਧਰਮ ਦੀ ਕਿਰਤ ਕਰਕੇ ਕਮਾਉਣੀ ਹੈ, ਮਿਹਨਤ ਕਰਕੇ ਕਮਾਉਣੀ ਹੈ। ਕਿਸੇ ਨਾਲ ਧੋਖਾ ਧੜੀ, ਠੱਗੀ, ਹੇਰਾ ਫੇਰੀ, ਝੂਠ ਫਰੇਬ ਨਹੀਂ ਕਰਨਾ। ਜ਼ਿੰਦਗੀ ਦਾ ਫਿਰ ਕਾਰਜ ਕੀ ਏ? ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਇਹ ਕਾਰਜ ਹੈ ਸਾਡੀ ਜ਼ਿੰਦਗੀ ਦਾ। ਇਹ ਕਾਰਜ ਪੂਰਾ ਕਿਵੇਂ ਹੋਵੇਗਾ? ਪਰਮੇਸ਼ਵਰ ਦੇ ਨਾਮ ਸਿਮਰਨ ਦੁਆਰਾ। ਧਿਆਨ ਵਿੱਚ ਬੈਠਿਆਂ, ਸਮਾਧੀ ਵਿੱਚ ਗਿਆ, ਇਹ ਸਾਡੇ ਕਾਰਜ ਨੇ ਪੂਰਿਆ ਹੋਣਾ ਹੈ। ਇਸ ਤੋਂ ਪਹਿਲਾਂ ਇਹ ਕਾਰਜ ਪੂਰਾ ਹੋਣ ਵਾਲਾ ਨਹੀਂ। ਅਸੀਂ ਕੋਈ ਛੋਟਾ ਜਿਹਾ ਕੰਮ ਕਰਨਾ ਹੋਵੇ ਤੇ ਕਈ ਵਾਰੀ ਸਾਨੂੰ ਬੜੀ ਮੁਸ਼ੱਕਤ ਘਾਲਣੀ ਪੈਂਦੀ ਏ। ਆ ਛੋਟਾ ਜਿਹਾ ਹੀ ਕੰਮ ਹੈ ਜੀ, ਇੱਕ ਘਰ ਖਰੀਦਣਾ ਹੋਵੇ ਤੇ 10-12 ਵਰ੍ਹੇ ਸਾਨੂੰ ਲੱਗ ਜਾਂਦੇ ਨੇ। ਫਿਰ ਜਾ ਕੇ ਘਰ ਖਰੀਦਣ ਦੇ ਅਸੀਂ ਲਾਇਕ ਹੁੰਨੇ ਆ, ਤੇ ਫਿਰ 30 ਵਰ੍ਹੇ ਉਹਦੀਆਂ ਕਿਸ਼ਤਾਂ ਲਾਉਣੀਆਂ ਹੁੰਦੀਆਂ ਨੇ। ਇੱਕ ਛੋਟਾ ਜਿਹਾ ਘਰ ਲੈਣ ਲਈ ਸਾਨੂੰ 40-50 ਵਰ੍ਹੇ ਮੁਸ਼ੱਕਤ ਘਾਲਣੀ ਪੈਂਦੀ ਏ। ਇਹ ਤੇ ਗੱਲ ਆਪਾਂ ਸਾਰੇ ਹੀ ਸਮਝਦੇ ਹਾਂ। ਲੇਕਿਨ ਜਿਹੜਾ ਸਾਡੀ ਜ਼ਿੰਦਗੀ ਦਾ ਕਾਰਜ ਹੈ, ਜਿਹੜਾ ਇੰਨਾ ਮਹਾਨ, ਉੱਚਾ ਤੇ ਸੁੱਚਾ ਤੇ ਪਵਿੱਤਰ ਕਾਰਜ ਹੈ, ਉਹਦੇ ਵਾਸਤੇ ਕਿੰਨੀ ਘਾਲਣਾ ਦੀ ਲੋੜ ਹੋਵੇਗੀ, ਕਦੀ ਅਸੀਂ ਸੋਚਿਆ ਹੀ ਨਹੀਂ। ਤੇ ਕਦੀ ਅਸੀਂ ਉਹ ਕੰਮ ਕਰਨ ਦੀ ਹਿੰਮਤ ਵੀ ਨਹੀਂ ਕੀਤੀ। ਕਿਸੇ ਸਾਨੂੰ ਰਸਤਾ ਵੀ ਨਹੀਂ ਦਿਖਾਇਆ, ਅਸੀਂ ਆਪ ਵੀ ਨਹੀਂ ਪੜ੍ਹਿਆ। ਜੇ ਪੜ੍ਹਿਆ ਤੇ ਉੱਤੇ ਨਿਗਾਹ ਮਾਰ ਕੇ ਗਾਂ ਲੰਘ ਗਏ, ਪਾਠ ਪੂਰਾ ਹੋ ਗਿਆ। ਇਸ ਤਰ੍ਹਾਂ ਦੇ ਕਿਸੇ ਪਾਠ ਨੂੰ ਕਰਨ ਲਈ ਗੁਰੂ ਜੀ ਨੇ ਸਾਨੂੰ ਨਹੀਂ ਆਖਿਆ, ਜਿਵੇਂ ਦੇ ਆਪਾਂ ਕਰ ਰਹੇ ਹਾਂ ਜਾਂ ਕਰਵਾ ਰਹੇ ਹਾਂ। ਇਹੋ ਜਿਹੇ ਪਾਠਾਂ ਦੀ ਕੋਈ ਜਗ੍ਹਾ ਨਹੀਂ ਗੁਰਮਤਿ ਵਿੱਚ। ਗੁਰਮਤਿ ਵਿੱਚ ਜਗ੍ਹਾ ਹੈ ਕੱਲਾ ਕੱਲਾ ਅੱਖਰ, ਕੱਲਾ ਕੱਲਾ ਸ਼ਬਦ, ਕੱਲੀ ਕੱਲੀ ਪੰਕਤੀ। ਉਸ ਨੂੰ ਸਮਝ ਕੇ ਅਗਲੀ ਪੰਕਤੀ ਫੇਰ ਪੜ੍ਹੀਏ, ਉਸ ਨੂੰ ਅਮਲ ਵਿੱਚ ਲਿਆਈਏ। ਹੁਣ ਗੁਰੂ ਜੀ ਆਖਦੇ ਨੇ, ਜੈ ਬਖਸ਼ੇ ਤੈ ਪੂਰਾ ਕਾਜ।
ਉਸ ਮਨੁੱਖ ਦਾ ਕਾਰਜ ਜ਼ਿੰਦਗੀ ਵਾਲਾ ਸੰਪੂਰਨ ਹੋ ਜਾਏਗਾ, ਜਿਸ ਨੂੰ ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ ਦੇਣਗੇ। ਤੇ ਵਾਹਿਗੁਰੂ ਜੀ ਨਾਮ ਐਵੇਂ ਤੇ ਨਹੀਂ ਨਾ ਸੁੱਟਦੇ ਫਿਰਦੇ ਕਿਤੇ ਬਾਹਰ ਵੀ ਤੁਸੀਂ ਲੈ ਜਾਓ ਚੁੱਕ ਕੇ। ਉਹਦੇ ਲਈ ਤੇ ਸਾਨੂੰ ਬੜੀ ਘਾਲਣੀ ਪੈਣੀ ਹੈ ਨਾਮ ਦੀ ਦਾਤ ਪ੍ਰਾਪਤ ਕਰਨ ਲਈ। ਗੁਰੂ ਅੱਗੇ, ਪਰਮੇਸ਼ਵਰ ਅੱਗੇ ਅਰਦਾਸਾਂ ਕਰਨੀਆਂ ਪੈਣੀਆਂ ਨੇ। ਗੁਰ ਦਰਸਾਏ ਮਾਰਗ ਤੇ ਚੱਲਣਾ ਪੈਣਾ ਏ। ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਪੈਣਾ ਏ। ਤੇ ਜਿਵੇਂ ਫਿਰ ਗੁਰੂ ਆਖੇ ਉਸ ਤਰ੍ਹਾਂ ਕਰਾਂਗੇ ਤੇ ਨਾਮ ਦੀ ਦਾਤ ਮਿਲੇਗੀ। ਤੇ ਫਿਰ ਇੱਥੇ ਹੀ ਬਸ ਨਹੀਂ ਹੋ ਜਾਣੀ ਕਿ ਨਾਮ ਦੀ ਦਾਤ ਮਿਲ ਗਈ ਹੈ ਤੇ ਕਾਰਜ ਪੂਰਾ ਹੋ ਗਿਆ। ਫਿਰ ਉਸ ਦੀ ਕਮਾਈ ਕਰਨੀ ਹੈ ਤੇ ਕਮਾਈ ਫਿਰ ਰਾਤ ਦਿਨ ਕਰਨੀ। ਗੁਰੂ ਮਹਾਰਾਜ ਨੇ ਬਾਰ-ਬਾਰ ਆਖਿਆ ਸਾਥ ਸਾਥ ਸਿਮਰੋ। ਉਸ ਪਰਮੇਸ਼ਵਰ ਨੂੰ ਉਹ ਕਦੇ ਵੀ ਨਾ ਭੁੱਲੇ। ਜ਼ਿੰਦਗੀ ਵਿੱਚ ਇੱਕ ਸਵਾਸ ਵੀ ਨਾ ਇਹੋ ਜਿਹਾ ਆਵੇ ਜਦੋਂ ਰੱਬ ਜੀ ਭੁੱਲ ਗਏ ਹੋਣ। ਭਾਵੇਂ ਅਜੇ ਮੈਨੂੰ ਵੀ ਭੁੱਲ ਜਾਂਦਾ ਹੈ, ਪਰ ਯਤਨ ਕਰਨਾ ਹੈ, ਆਪਾਂ ਮਿਹਨਤ ਕਰਨੀ ਹੈ, ਘਾਲਣੀ ਹੈ ਕਿ ਉਹ ਹਮੇਸ਼ਾ ਉਹਦੀ ਯਾਦ ਬਣੀ ਰਵੇ। ਉਹਦੀ ਯਾਦ ਸਾਨੂੰ ਧਿਆਨ ਵਿੱਚ ਲੈ ਜਾਏਗੀ ਤੇ ਉਹਦਾ ਧਿਆਨ ਸਾਨੂੰ ਧਿਆਤਾ ਨੂੰ ਲੀਨ ਕਰ ਦੇਵੇਗਾ ਤੇ ਸਾਡੇ ਜੀਵਨ ਦਾ ਜਿਹੜਾ ਕਾਰਜ ਹੈ ਉਹ ਫਿਰ ਪੂਰਾ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਪਾਂ ਪਿੱਛੇ ਵਿਚਾਰ ਕਰ ਲਈਏ ਕਿ 31 ਰਾਗ ਨੇ ਕੁੱਲ, ਤੇ ਕੁਛ ਰਾਗ ਨੇ ਜਿਹੜੇ ਉਹਦੇ ਮੁੱਖ ਰਾਗਾਂ ਦੇ ਵਿੱਚ ਮਿਲਾ ਕੇ ਗਾਏ ਜਾਂਦੇ ਨੇ, ਉਹਨਾਂ ਨੂੰ ਮਿਸ਼ਰਤ ਰਾਗ ਕਹਿ ਦਿੰਦੇ ਨੇ ਰਾਗੀ ਸਿੰਘ। ਇਹ ਜਿਹੜਾ ਜੈਜਾਵੰਤੀ ਰਾਗ ਏ, ਇਹ 31ਵਾਂ ਰਾਗ ਏ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹ ਕੇਵਲ 9ਵੇਂ ਪਾਤਸ਼ਾਹ ਨੇ ਵਰਤਿਆ, ਹੋਰ ਪਹਿਲਾਂ ਕਿਸੇ ਗੁਰੂ ਸਾਹਿਬ ਨੇ ਜੈਜਾਵੰਤੀ ਰਾਗ ਨਹੀਂ ਵਰਤਿਆ। ਇਹਦੇ ਵਿੱਚ ਕੇਵਲ 4 ਹੀ ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ। ਇਸ ਰਾਗ ਦੇ ਗਾਇਨ ਕਰਨ ਦਾ ਜਿਹੜਾ ਵਕਤ ਹੈ ਉਹ ਵੀ ਪ੍ਰਭਾਤ ਹੀ ਹੈ, ਅੰਮ੍ਰਿਤ ਵੇਲਾ ਹੀ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਕੀ ਫਰਮਾਉਂਦੇ ਨੇ? ਜੇ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਜੈ ਬਖਸ਼ੇ ਤੈ ਪੂਰਾ ਕਾਜ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ ਨੇ ਕਾਜ ਨੂੰ ਪੂਰਿਆਂ ਕਿਵੇਂ ਕਰਨਾ ਹੈ? ਰਾਮ ਸਿਮਰ, ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਤਾਂ ਹੁਣ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦਾ ਕਾਰਜ ਕੀ ਹੈ ਤੇ ਉਹ ਪੂਰਾ ਕਿਵੇਂ ਹੋਣਾ ਹੈ? ਪਰ ਗੱਲ ਤੇ ਵੀ ਸਾਡੇ ਚੋਂ ਕਿੰਨਿਆਂ ਕਿਨੇ ਗੱਲ ਮੰਨਣੀ ਹੈ ਤੇ ਜੀਵਨ ਵਿੱਚ ਅਪਣਾਉਣੀ ਹੈ, ਉਹ ਸਾਡੇ ਸਭਨਾਂ ਦੇ ਆਪੋ ਆਪਣੇ ਤੇ ਨਿਰਭਰ ਕਰਦਾ ਹੈ। ਮੰਨਾਂਗੇ ਗੁਰੂ ਦੀ ਗੱਲ ਤੇ ਜ਼ਰੂਰ ਅਸੀਂ ਭਲੇ ਪਾਸੇ ਤੁਰ ਪਵਾਂਗੇ, ਨਹੀਂ ਮੰਨਾਂਗੇ ਤੇ ਫਿਰ ਆਪਣੀ ਮਰਜ਼ੀ ਹੈ। ਫਿਰ ਮਹਾਤਮਾ ਬੁੱਧ ਨੇ ਜਿਹੜੀ ਗੱਲ ਆਖੀ ਸੀ, ਦੁੱਖ ਹੈ, ਦੁੱਖ ਦਾ ਕਾਰਨ ਵੀ ਹੈ। ਤੇ ਦੁੱਖ ਦਾ ਕਾਰਨ ਕੀ ਹੈ? ਗੁਰੂ ਦੀ ਗੱਲ ਨਾ ਮੰਨਣਾ, ਗਿਆਨ ਦੇ ਪ੍ਰਕਾਸ਼ ਵਿੱਚ ਜੀਵਨ ਨਾ ਜਿਉਣਾ, ਅਗਿਆਨਤਾ ਦੇ ਹਨੇਰੇ ਵਿੱਚ ਜ਼ਿੰਦਗੀ ਕੱਟ ਕੇ ਤੁਰ ਜਾਣਾ, ਬਸ ਇਹੋ ਹੀ ਦੁੱਖਾਂ ਦਾ ਕਾਰਨ ਹੈ। ਰਾਮ ਸਿਮਰ, ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਬਸ ਆ ਇੱਕੋ ਹੀ ਚੀਜ਼ ਤੇਰੇ ਕੰਮ ਵਿੱਚ ਆਉਣ ਵਾਲੀ ਏ, ਉਹ ਹੈ ਪ੍ਰਭੂ ਦੇ ਨਾਮ ਦਾ ਸਿਮਰਨ ਕਰਿਆ ਕਰ। ਸਿਮਰਨ ਕਿਵੇਂ ਕਰਨਾ ਹੈ? ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸ਼ਰਨ ਲਾਗ। ਆਹ 2 ਕਾਰਜ ਨੇ, ਸਾਨੂੰ ਨਾਮ ਦੀ ਦਾਤ ਮਿਲੇਗੀ। ਇੱਕ ਤੇ ਮਾਇਆ ਦਾ ਸੰਗ ਛੱਡਣਾ। ਸੰਗ ਤੋਂ ਮਤਲਬ ਇੱਥੇ ਆ ਮਾਇਆ ਦਾ ਮੋਹ ਤਿਆਗਣਾ। ਮਾਇਆ ਨਹੀਂ ਤਿਆਗਣੀ, ਮਾਇਆ ਦਾ ਮੋਹ ਤਿਆਗਣਾ। ਮਾਇਆ ਸਾਡੀ ਜੇਬ ਚੋਂ ਨਿਕਲ ਜਾਏ ਕਿਸੇ ਕਾਰਨ ਤੇ ਦੁਖੀ ਨਹੀਂ ਹੋਣਾ। ਸਾਡੀ ਜੇਬ ਵਿੱਚ ਮਾਇਆ ਕਿਸੇ ਕਾਰਨ ਆ ਜਾਏ ਤੇ ਹਉਮੈ ਵਿੱਚ ਨਹੀਂ ਜਾਣਾ ਕਿ ਮੈਂ ਬਹੁਤ ਕਮਾ ਲਿਆ, ਮੈਂ ਬੜਾ ਸਿਆਣਾ ਹਾਂ। ਮਾਇਆ ਕੋ ਸੰਗ ਤਿਆਗ, ਇਹਦੀ ਸੰਗਤ ਯਾਨੀ ਇਹਦਾ ਮੋਹ ਛੱਡ ਦੇਣਾ, ਇਹਦੀ ਮਮਤਾ ਛੱਡ ਦੇਣੀ ਹੈ। ਆਈ ਹੈ ਤੇ ਜੀ ਆਇਆਂ ਨੂੰ ਗਈ ਹੈ ਤੇ ਇਹਦਾ ਧੰਨਵਾਦ, ਸੁਖੀ ਰਵਾਂਗੇ ਚਲੀ ਗਈ ਹੈ ਤੇ ਕੁਛ ਨਹੀਂ ਫਰਕ ਪੈਣ ਵਾਲਾ। ਅਗਲਾ ਕੰਮ ਕਰਨਾ, ਪ੍ਰਭ ਜੂ ਕੀ ਸ਼ਰਨ ਲਾਗ,
ਪ੍ਰਭੂ ਦੀ ਸ਼ਰਨ ਵਿੱਚ ਆਉਣਾ ਹੈ। ਤੇ ਸ਼ਰਨ ਵਿੱਚ ਪ੍ਰਭੂ ਦੀ ਵਿੱਚ ਆਉਣਾ ਕੇਵਲ ਗੁਰਦੁਆਰੇ ਆਉਣਾ ਨਹੀਂ, ਗੁਰਦੁਆਰਿਓਂ ਤੇ ਸਿੱਖਿਆ ਲੈਣੀ ਹੈ ਕਿ ਸ਼ਰਨ ਵਿੱਚ ਕਿਵੇਂ ਜਾਣਾ ਹੈ। ਸ਼ਰਨ ਵਿੱਚ ਜਾਣਾ, ਕਹਿੰਦੇ ਨੇ ਸਿਆਣੇ, ਆਪਣਾ ਆਪਾ ਸਮਰਪਿਤ ਕਰਨਾ। ਸਮਰਪਿਤ ਕਿਹਨੂੰ ਕਰਨਾ ਹੈ? ਪ੍ਰਮਾਤਮਾ ਨੂੰ। ਇਸ ਸਮਰਪਣ ਹੋਣਾ ਕਿਵੇਂ ਆ? ਉਹਦੀ ਰਜ਼ਾ ਵਿੱਚ ਤੁਰਿਆ। ਹੋਰ ਕੋਈ ਚੀਜ਼ ਨਹੀਂ ਕਿ ਅਸੀਂ ਇੱਥੇ ਲਿਆ ਕੇ ਰੱਖ ਦਈਏ, ਉੱਥੇ ਕਿਸੇ ਮੰਦਿਰ 'ਚ ਜਾ ਰੱਖੀਏ ਤੇ ਸਮਰਪਣ ਹੋ ਗਿਆ। ਇਹ ਕੋਈ ਸਮਰਪਣ ਨਹੀਂ ਜੇ ਹੁੰਦਾ। ਸਮਰਪਣ ਹੋਣਾ ਹੈ ਆਪਣੀ ਮੱਤ ਨੂੰ ਤਿਆਗਣਾ ਤੇ ਗੁਰੂ ਦੀ ਮੱਤ ਨੂੰ ਲੈਣਾ। ਮਨ ਕੀ ਮੱਤ ਤਿਆਗੋ ਹਰ ਜਨ, ਮਨ ਦੀ ਮੱਤ ਨੂੰ ਛੱਡਣਾ। ਲੇਕਿਨ ਗੁਰੂ ਜੀ ਨੇ ਆਖਿਆ ਇਹ ਬਾਤ ਕਠੈਣੀ। ਇਹੋ ਹੀ ਗੱਲ ਔਖੀ ਏ ਕਿ ਅਸੀਂ ਆਪਣੇ ਮਨ ਦੀ ਮੱਤ ਛੱਡ ਦਈਏ। ਪਰ ਛੱਡੀ ਜਾ ਸਕਦੀ ਏ, ਨਹੀਂ ਕਿ ਛੱਡੀ ਨਹੀਂ ਜਾ ਸਕਦੀ। ਬਸ ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ। ਗੁਰ ਕੀ ਮੱਤ ਤੂੰ ਲੈ ਏ ਆਣੇ। ਗੁਰੂ ਦੀ ਮੱਤ ਨੂੰ ਧਾਰਨ ਕਰਨਾ, ਇਹ ਹੈ ਪ੍ਰਭੂ ਜੀ ਦੀ ਸ਼ਰਨ ਵਿੱਚ ਪੈਣਾ। ਜਗਤ ਸੁਖ ਮਾਨ ਮਿਥਿਆ, ਇਹ ਜਿੰਨੇ ਸੰਸਾਰਕ ਸੁਖ ਨੇ ਇਹਨਾਂ ਨੂੰ ਨਾਸ਼ਵੰਤ ਸਮਝ। ਅੱਜ ਸੁਖ ਹੈ, ਇਸੇ ਸੁਖ ਵਿੱਚੋਂ ਹੀ ਕੱਲ ਨੂੰ ਦੁੱਖ ਨਿਕਲ ਸਕਦਾ ਹੈ। ਆਪਾਂ ਕਈ ਵਾਰੀ ਗੱਲ ਕਰਦੇ ਹੁੰਦੇ ਹਾਂ, ਜਿਹੜੇ ਸਾਡੇ ਕੋਲ ਸੁੱਖਾਂ ਦੇ ਸਾਧਨ ਨੇ, ਇਹਨਾਂ ਸੁੱਖਾਂ ਦੇ ਸਾਧਨਾਂ ਵਿੱਚੋਂ ਹੀ ਦੁੱਖ ਨਿਕਲਦੇ ਨੇ। ਇੱਕ ਵਿਦਵਾਨ ਨੇ ਬੜੀ ਸੋਹਣੀ ਉਦਾਹਰਨ ਲਈ ਹੋਈ ਏ। ਉਹ ਕਹਿੰਦੇ ਨੇ ਕਿ ਅਸੀਂ ਦਰਿਆ ਵਗਦਾ ਹੋਵੇ, ਉਹਦੇ ਕਿਨਾਰੇ ਤੇ ਜਾਈਏ, ਬੜਾ ਮਨ ਨੂੰ ਸਕੂਨ ਮਿਲਦਾ ਹੈ। ਪਾਣੀ ਦੀਆਂ ਲਹਿਰਾਂ ਤੇ ਉਹ ਠੰਡਾ ਪਾਣੀ ਮਨ ਨੂੰ ਠੰਡਕ ਪਹੁੰਚਾਉਂਦਾ ਹੈ। ਪਾਣੀ ਦਾ ਵੇਗ ਸਾਡੀ ਸੁਰਤ ਨੂੰ ਰੋਕਣ ਦਾ ਇੱਕ ਸਾਧਨ ਬਣ ਜਾਂਦਾ ਹੈ। ਪਰ ਉਹ ਕਹਿੰਦਾ ਹੈ ਕਿ ਉਸੇ ਦਰਿਆ ਵਿੱਚੋਂ ਕਿਸੇ ਮਾਂ ਦੇ ਪੁੱਤਰ ਦਾ ਲੰਘਦਾ ਹੋਇਆ ਡੋਲਾ ਰੁੜ ਗਿਆ ਹੋਵੇ, ਉਸ ਨੂੰ ਪੁੱਛ ਕੇ ਵੇਖੋ ਇਹ ਦਰਿਆ ਕਿੰਨਾ ਕੁ ਸੁਖਦਾਈ ਏ। ਉਹਨੂੰ ਤੇ ਇਹ ਵਲ ਪਾਉਂਦਾ ਤੁਰਿਆ ਜਾਂਦਾ ਦਰਿਆ ਕਾਲੇ ਨਾਗ ਦੀ ਤਰ੍ਹਾਂ ਲੱਗਦਾ ਹੈ ਵੀ ਹੁਣ ਵੀ ਮੈਨੂੰ ਪਿਆ ਤੇ ਹੁਣ ਵੀ ਮੈਨੂੰ ਪਿਆ। ਇਹ ਜਿੰਨੇ ਸੁੱਖਾਂ ਦੇ ਸਾਧਨ ਨੇ, ਕਾਰਾਂ ਮੋਟਰਾਂ, ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਹੈ, ਉਹ ਸੁੱਖ ਦੇ ਵਿੱਚੋਂ ਹੀ ਦੁੱਖ ਨਿਕਲ ਆਉਂਦਾ ਹੈ। ਜਗਤ ਸੁਖ ਮਾਨ ਮਿਥਿਆ, ਇਹਨਾਂ ਸੁੱਖਾਂ ਨੂੰ ਨਾਸ਼ਵੰਤ ਸਮਝ। ਝੂਠੋ ਸਭ ਸਾਜ ਹੈ। ਸਾਜ ਦਾ ਮਤਲਬ ਹੈ ਜਿੰਨਾ ਸਾਜੋ ਸਮਾਨ ਅਸੀਂ ਇਕੱਠਾ ਕਰ ਲਿਆ ਆਪਣੇ ਆਲੇ ਦੁਆਲੇ ਚੌਗਿਰਦੇ, ਇਹ ਸਭ ਝੂਠਾ ਹੈ ਗੁਰਮੁਖੋ। ਇਹਦੇ ਵਿੱਚ ਸੱਚਾਈ ਰੱਤੀ ਭਰ ਵੀ ਨਹੀਂ। ਭਾਵੇਂ ਸਾਨੂੰ ਜ਼ਿੰਦਗੀ ਜਿਉਣ ਲਈ ਇਹ ਸਾਰੇ ਸੁੱਖ ਸਾਧਨ ਸਹੂਲਤਾਂ ਚਾਹੀਦੀਆਂ ਨੇ, ਇਹਨਾਂ ਨੂੰ ਛੱਡ ਕੇ ਨਹੀਂ ਦੌੜਨਾ, ਲੇਕਿਨ ਇਸ ਮੋਹ ਨੂੰ ਤਿਆਗਣਾ ਹੈ। ਸੁੱਖਾਂ ਦੇ ਸਾਧਨ ਨੇ, ਸੁੱਖ ਨੇ, ਮੰਨਣਾ ਚਾਹੀਦਾ ਸੁੱਖ। ਕੱਲ ਨੂੰ ਸੁੱਖ ਚਲੇ ਜਾਣਗੇ ਤੇ ਦੁਖੀ ਨਹੀਂ ਹੋਣਾ। ਨਹੀਂ ਸੁੱਖ ਤੇ ਨਹੀਂ ਸੁੱਖ, ਕੋਈ ਗੱਲ ਨਹੀਂ, ਇਹ ਵੀ ਰੱਬ ਦੀ ਰਜ਼ਾ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਰਾਗ ਜੈਜਾਵੰਤੀ ਦੇ ਅੰਦਰ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਸਾਡੇ ਜੀਵਨ ਦੇ ਜੋ ਕੰਮ ਵਿੱਚ ਆਉਣ ਵਾਲੀ ਚੀਜ਼ ਹੈ ਉਹ ਇੱਕੋ ਹੀ ਹੈ, ਪਰਮੇਸ਼ਵਰ ਦਾ ਨਾਮ, ਨਾਮ ਦਾ ਸਿਮਰਨ ਕਰਨਾ, ਮਾਇਆ ਦਾ ਮੋਹ ਤਿਆਗਣਾ, ਆਪਣਾ ਆਪਾ ਰੱਬ ਦੇ ਸਮਰਪਿਤ ਕਰ ਦੇਣਾ, ਜਗਤ ਦੇ ਸੁੱਖਾਂ ਨੂੰ ਨਾਸ਼ਵੰਤ ਜਾਣਨਾ, ਇਹ ਸਾਰਾ ਸਾਜੋ ਸਮਾਨ ਝੂਠਾ ਸਮਝਣਾ। ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ। ਜੈ ਬਖਸ਼ੇ ਤੈ ਪੂਰਾ ਕਾਜ। ਇਹ ਹੈ ਵਾਹਿਗੁਰੂ ਦੀ ਬਖਸ਼ਿਸ਼ ਲੈਣ ਦਾ ਇੱਕ ਤਰੀਕਾ, ਇੱਕ ਢੰਗ। ਤੇ ਆਪਾਂ ਯਤਨ ਕਰੀਏ ਕਿ ਰੋਜ਼ ਸਵੇਰੇ ਉੱਠ ਕੇ ਜਦੋਂ ਵੀ ਵਕਤ ਮਿਲੇ, ਸਵੇਰੇ, ਦੁਪਹਿਰੇ, ਸ਼ਾਮ, ਰਾਤ, ਪਰਮੇਸ਼ਵਰ ਦਾ ਭਜਨ ਜ਼ਰੂਰ ਕਰਿਆ ਕਰੀਏ। ਜ਼ਰੂਰ ਥੋੜ੍ਹਾ ਜਿਹਾ ਸਮਾਂ ਆਪਣੀਆਂ ਅੱਖਾਂ ਬੰਦ ਕਰਕੇ ਬੈਠਿਆ ਕਰੀਏ, ਆਪਣੇ ਧਿਆਨ ਨੂੰ ਥੋੜ੍ਹਾ ਜਿਹਾ ਉੱਪਰ ਲਿਜਾਇਆ ਕਰੀਏ। ਤੁਸੀਂ ਵੇਖੋਗੇ ਕਿ ਜਦੋਂ ਆਪਾਂ ਧਿਆਨ ਵਿੱਚ ਬੈਠਦੇ ਹਾਂ,
ਇਸ ਜਗ੍ਹਾ ਤੋਂ ਹੇਠਾਂ ਹੇਠਾਂ ਦੀਆਂ ਵਿਚਾਰਾਂ ਚੱਲਦੀਆਂ ਨੇ। ਜੋ ਅਸੀਂ ਅੱਖਾਂ ਨਾਲ ਬਾਹਰ ਵੇਖਿਆ ਹੁੰਦਾ ਹੈ, ਉਹ ਸਾਡੇ ਧਿਆਨ ਵਿੱਚ ਆਉਂਦਾ ਹੈ। ਜੋ ਅਸੀਂ ਕੰਨਾਂ ਨਾਲ ਸੁਣਿਆ ਹੁੰਦਾ ਉਹ ਸਾਡੇ ਧਿਆਨ ਵਿੱਚ ਆਉਂਦਾ ਜਦੋਂ ਅਸੀਂ ਧਿਆਨ ਵਿੱਚ ਬੈਠਦੇ ਹਾਂ, ਰੱਬ ਦੇ ਧਿਆਨ ਵਿੱਚ। ਉਹ ਰੱਬ ਦਾ ਧਿਆਨ ਨਹੀਂ ਹੋ ਰਿਹਾ ਹੁੰਦਾ, ਅਸੀਂ ਬੈਠੇ ਤੇ ਰੱਬ ਦੇ ਧਿਆਨ ਵਿੱਚ ਹੀ ਹਾਂ, ਲੇਕਿਨ ਅੱਖਾਂ ਨਾਲ ਵੇਖੀਆਂ ਹੋਈਆਂ ਚੀਜ਼ਾਂ ਸਾਡੇ ਧਿਆਨ ਵਿੱਚ ਆਉਂਦੀਆਂ, ਕੰਨਾਂ ਨਾਲ ਸੁਣੀਆਂ ਹੋਈਆਂ ਆਵਾਜ਼ਾਂ, ਜਿਹੜੀ ਭਾਵੇਂ 50 ਸਾਲ ਪਹਿਲਾਂ ਕਿਸੇ ਦੀ ਆਵਾਜ਼ ਸੁਣੀ ਸੀ ਨਾ, ਉਸੇ ਤਰ੍ਹਾਂ ਕੰਨਾਂ ਵਿੱਚ ਗੂੰਜ ਉੱਠਦੀ ਏ ਕਿ ਮੈਂ ਜਿਵੇਂ ਹੁਣ ਸੁਣ ਰਿਹਾ ਹਾਂ। ਇਸ ਤੋਂ ਥੱਲੇ ਦੇ ਸਾਡੇ ਜਿੰਨੇ ਕਰਮ ਇੰਦਰੇ ਨੇ, ਉਹਨਾਂ ਨਾਲ ਕੀਤੇ ਹੋਏ ਕਰਮ ਸਾਡੇ ਧਿਆਨ ਵਿੱਚ ਆਉਂਦੇ ਨੇ। ਇਹ ਤੇ ਕੋਈ ਰੱਬ ਦਾ ਧਿਆਨ ਨਾ ਹੋਇਆ। ਫਿਰ ਰੱਬ ਦਾ ਧਿਆਨ ਇਸ ਤੋਂ ਉੱਤੇ, ਇਹ ਜਿਹੜਾ ਹੈ ਨਾ ਸਾਡਾ ਹਿੱਸਾ, ਇਸ ਤੋਂ ਉੱਤੇ ਰੱਬ ਦਾ ਧਿਆਨ ਹੁੰਦਾ ਹੈ। ਇਸ ਤੋਂ ਥੱਲੇ ਮਾਇਆ ਦਾ ਧਿਆਨ ਹੈ। ਤੇ ਜਦੋਂ ਵੀ ਕਿਤੇ ਬੈਠੋ, ਨੇਤਰ ਬੰਦ ਕਰੋ, ਆਪਣੇ ਧਿਆਨ ਨੂੰ ਆਪਣੇ ਨੇਤਰਾਂ ਤੋਂ ਉੱਤੇ ਲੈ ਜਾਇਆ ਕਰੋ। ਫਿਰ ਤੁਸੀਂ ਵੇਖੋਗੇ ਕਿ ਹੌਲੀ ਹੌਲੀ ਰੱਬ ਦਾ ਧਿਆਨ ਹੋਣਾ ਸ਼ੁਰੂ ਹੋਏਗਾ। ਉਸ ਧਿਆਨ ਵਿੱਚੋਂ ਸਮਾਧਾਨ ਨਿਕਲਣਾ ਹੈ। ਸਮਾਧਾਨ ਸਾਡੇ ਜੀਵਨ ਦੇ ਹਰ ਪਹਿਲੂ ਤੋਂ, ਸਾਡੇ ਹਰ ਸਵਾਲ ਦਾ ਜਵਾਬ ਉੱਥੋਂ ਆਉਣਾ ਹੈ, ਸਾਡੀ ਹਰ ਸਮੱਸਿਆ ਦਾ ਹੱਲ ਉੱਥੋਂ ਨਿਕਲਣਾ ਹੈ। ਤੇ ਇਹ ਆਪਾਂ ਯਤਨ ਕਰੀਏ, ਕੋਸ਼ਿਸ਼ ਕਰੀਏ। ਜੇ ਕਰ ਪਾਏ ਤੇ ਕਥਾ ਵਿਚਾਰਾਂ, ਕੀਰਤਨ, ਗੁਰਦੁਆਰੇ 'ਚ ਬਿਤਾਇਆ ਸਮਾਂ, ਇਹ ਸਭ ਕੁਝ ਸਾਡਾ ਸਫਲ ਹੋਏਗਾ। ਜੇ ਨਾ ਕਰ ਪਾਏ ਤੇ ਫਿਰ ਇਸ ਤਰ੍ਹਾਂ ਹੀ ਜਿਵੇਂ ਅਸੀਂ ਬਾਹਰ ਕਿਤੇ ਮੂਵੀ ਥੀਏਟਰ ਵਿੱਚ ਫੇਰਾ ਮਾਰਿਆ, ਉਹੋ ਜਿਹਾ ਗੁਰਦੁਆਰੇ ਮਾਰ ਗਏ, ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਸੋ ਜੀ ਇੰਨੇ ਕੁ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਹੀ ਜਾਂਦੀਆਂ ਨੇ। ਉਹਨਾਂ ਲਈ ਮੈਂ ਆਪ ਸਾਰੀ ਸੰਗਤ ਪਾਸੋਂ ਖਿਮਾ ਚਾਹੁੰਦਾ ਹਾਂ। ਆਪ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਬੜੇ ਪਿਆਰ ਨਾਲ ਬੈਠ ਕੇ ਤੁਸੀਂ ਅੱਜ ਦੀ ਵਿਚਾਰ ਨੂੰ ਸੁਣਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।